कुछ रियायतां लई लड़ाई नहीं लड़ रहे असी लड़ाई इस करके लड़ रहे हैं भी आ ਜਿਹੜੇ ਸਾਰੇ खड़े आ ना नौजवान ਇਹਨਾਂ ਦੇ ਅੰਦਰ ਉਹ ਚਿਣ ਗੁੱਟ ਖੜੀ ਆ। ਪਰ ਬੈਨਰ ਲੱਗਿਆ ਹੋਇਆ ਸ਼ੰਭੂ ਮੋਰਚਾ ਅਣਮਿੱਥੇ ਸਮੇਂ ਲਈ, ਇਹ ਤਾਂ ਸਾਰੰਸ਼ ਕੀ ਹੈ? ਵੀ ਮੋਰਚੇ ਤੋਂ ਹੀ ਸਾਰਾ ਕੁਝ ਚੇਂਜ ਹੋ ਜਾਊਗਾ, ਇਹ ਤਾਂ ਨਹੀਂ ਹੋਣਾ। ਜਦੋਂ ਖਾਲਸੇ ਰਾਜ ਦੀ ਗੱਲ ਕਰਦਾ ਹੈ ਹਾਂਜੀ ਤੇ ਦੀਪ ਸਿੱਧੂ ਦੇ ਨਾਲ ਕੰਟਰੋਵਰਸੀ ਵੀ ਜੁੜ ਸਕਦੀ ਹੈ। ਸੰਤਾਂ ਦਾ ਨਾਂ ਨਾ ਲਓ, ਸਾਡੇ ਤੇ ਕੇਸ ਪੈ ਜੂ। ਸੰਤਾਂ ਦਾ ਨਾਂ ਨਾ ਲਓ, ਸਾਨੂੰ ਵੱਖਵਾਦੀ ਜਾਂ ਖਾਲਿਸਤਾਨੀ ਕਹਿ ਦੇਣਗੇ। ਯਾਰ ਇਹਦਾ ਡਰ ਪੈਦਾ ਕਰਦੇ ਆ ਸਾਡੇ ਅੰਦਰ। ਜੋ ਸੰਤ ਮੰਗਦੇ ਸੀ ਅੱਜ ਕਾਂਗਰਸ ਮੰਗ ਰਹੀ ਆ। ਇਹ ਜੋ ਮੋਰਚਾ ਹੈ ਕਿਸੇ ਆਉਣ ਵਾਲੇ ਸਮੇਂ ਦੀ ਰਾਜਨੀਤੀ ਕੋਈ ਪਲੇਟਫਾਰਮ ਦੇ ਤੌਰ ਤੇ ਨਹੀਂ ਦੀਪ ਸਿੱਧੂ ਇਹਨੂੰ ਯੂਜ਼ ਕਰ ਰਿਹਾ? ਮੇਰੇ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਟਿਕਟ ਦੇਣ ਲਈ ਵੀ ਤੁਸੀਂ ਲੜੋ ਜੀ ਇਲੈਕਸ਼ਨ, ਇੱਥੇ ਬੈਠ ਕੇ ਗੱਲ ਕਰੋ। ਜਦੋਂ ਇੱਥੋਂ ਦਿੱਲੀ ਨੂੰ ਹੀ ਵਗ ਗਏ, ਅੱਧਾ ਕੁ ਤਾਂ ਰਾਹ 'ਚ ਜਾਂਦੇ ਜਾਂਦੇ ਹੀ ਛੱਡ ਜਾਣਗੇ। ਲੌਂਗੋਵਾਲ ਸਾਹਿਬ 84 ਦੇ ਬਲੂ ਸਟਾਰ ਅਟੈਕ ਤੋਂ ਪਹਿਲਾਂ BSF ਦੇ ਹੈਲੀਕਾਪਟਰ ਤੇ ਚੜ੍ਹ ਕੇ ਇੱਥੋਂ ਦਿੱਲੀ ਗਏ। ਅੱਧਾ ਕੁ ਤਾਂ ਧਰਮ ਯੁੱਧ ਮੋਰਚਾ ਜਾਂ ਆਨੰਦਪੁਰ ਸਾਹਿਬ ਦੇ ਮਤੇ ਦੇ ਮੰਗਾਂ ਉੱਥੇ ਹੀ ਛੱਡ ਗਏ। ਅਸੀਂ ਸਾਡੀ ਕੁਰਬਾਨੀਆਂ ਦੀ ਗੱਲ ਤਾਂ ਕਰਦੇ ਹਾਂ, ਅਸੀਂ ਸਾਡੀ ਗਦਾਰੀਆਂ ਦੀ ਗੱਲ ਨਹੀਂ ਕਰਦੇ। ਸ਼ੰਭੂ ਮੋਰਚਾ ਸ਼ੰਭੂ ਬਾਰਡਰ ਤੇ ਅੱਜ ਦੂਸਰਾ ਦਿਨ ਹੈ ਔਰ ਸਾਡੇ ਨਾਲ ਨੇ ਦੀਪ ਸਿੱਧੂ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਿੱਧੂ ਜੀ, ਅੱਜ ਜੋ ਰੁਝਾਨ ਰਹੇ ਦੂਸਰੇ ਦਿਨ ਦੀ एनर्जी कैसी रही और ਅੱਜ ਦਾ ਇਹ ਰੋਜ਼ਾਨਾ ਬਾਰੇ? ਦੇਖੋ ਇਹ ਜਿਹੜਾ ਮੋਰਚੇ ਹੁੰਦੇ ਆ ਨਾ, ਕਿਉਂਕਿ ਮੈਂ ਤਾਂ ਛੋਟੇ ਹੁੰਦੇ ਸੁਣਦਾ ਹੁੰਦਾ ਸੀ ਮੋਰਚੇ, ਥੋੜਾ ਜਿਹਾ ਥੱਲੇ ਕਰ ਲਓ, ਮੋਰਚੇ ਜਿਹੜੇ ਹੁੰਦੇ ਆ ਭਖਦੇ ਹੁੰਦੇ ਆ। ਫਿਰ ਕਈ ਵਾਰੀ ਕੁਛ ਕੁ ਬੰਦੇ ਉੱਥੇ ਹੁੰਦੇ ਆ, ਉਦੋਂ ਵੀ ਭਖਿਆ ਹੁੰਦਾ ਕਿਉਂਕਿ ਤੁਹਾਡੇ ਉਦੋਂ ਜਜ਼ਬਾਤਾਂ ਨੇ, ਤੁਹਾਡੇ ਜਜ਼ਬੇ ਨੇ ਤੇ ਤੁਹਾਡੇ ਤਕਰੀਰਾਂ ਨੇ ਭਖਾਉਣੇ ਹੁੰਦੇ ਆ ਜਿਹੜੇ ਅਸੀਂ ਇੱਕ ਤਹਿਜ਼ੀਬ 'ਚ ਰਹਿ ਕੇ ਕਰਨੀ ਆ, ਹੈ ਨਾ। ਇਸ ਕਰਕੇ ਅੱਜ ਸੈਕਿੰਡ ਡੇ ਸੀ। ਸੈਕਿੰਡ ਡੇ 'ਚ ਸਾਡਾ ਕੋਈ ਸੱਦਾ ਵੀ ਨਹੀਂ ਸੀ ਔਰ ਕਿਸੇ ਬੁਲਾਰਿਆਂ ਨੂੰ ਵੀ ਨਹੀਂ ਅਸੀਂ ਬੁਲਾਇਆ ਸੀ ਅੱਜ। ਇਸ ਕਰਕੇ ਆਪ ਮੁਹਾਰੇ ਜਿਹੜੇ ਸਾਡੇ ਨੌਜਵਾਨ ਆਏ ਆ ਜਾਂ ਹੋਰ ਸਾਥੀ ਆਏ ਆ, ਉਹ ਆਪ ਮੁਹਾਰੇ ਆਏ ਆ ਤੇ ਵਿੱਚ ਦੀ ਸੱਦਾ ਦਿਆ ਕਰਾਂਗੇ। ਮੋਰਚਾ ਪੱਕਾ ਜਦੋਂ ਤੱਕ ਸੰਗਤ ਚਾਹੂਗੀ। ਮੋਰਚੇ ਦਾ ਮੰਤਵ ਵੀ ਬੜਾ ਕਲੀਅਰ ਆ। ਇਸ ਕਰਕੇ ਕੱਲ ਸੱਦਾ ਸੀ, ਕੱਲ ਬਹੁਤ ਜ਼ਿਆਦਾ ਸ਼ਮੂਲੀਅਤ ਸੀ, ਬਹੁਤ ਰੂਹਾਂ ਆਈਆਂ, ਕਿਆ ਜਜ਼ਬਾ ਦਿਖਾਇਆ ਉਹਨਾਂ ਨੇ। ਸੈਕਿੰਡ ਡੇ ਆ, ਹੁਣ ਹੌਲੀ ਹੌਲੀ ਇਹਨੂੰ ਅਸੀਂ ਪੇਸ ਨੂੰ ਉੱਤੇ ਲੈ ਕੇ ਜਾਵਾਂਗੇ ਜੀ। ਹਾਂਜੀ ਬਿਲਕੁਲ। ਦੀਪ ਜੀ, ਤੁਹਾਡੀ ਸਾਦਗੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਹੋਵੇ, ਚਾਹੇ ਪੰਜਾਬ ਦਾ ਯੂਥ ਹੋਵੇ, ਚਾਹੇ ਪੰਜਾਬ ਦੇ ਬਜ਼ੁਰਗ ਹੋਣ, ਹਰ ਇੱਕ ਨੂੰ ਦੀਪ ਸਿੱਧੂ ਦੀ ਸਾਦਗੀ, ਸਟਾਈਲ ਔਰ ਤੁਹਾਡੀ ਜੋ ਇਤਿਹਾਸ ਤੇ ਗੋਰੇ ਇਤਿਹਾਸ ਤੇ ਪਕੜ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹਦੇ ਬਾਰੇ ਸਿਰਫ ਦਰਸ਼ਕਾਂ ਨੂੰ ਇਹ ਤਾਂ ਪਤਾ ਹੋਵੇ ਕਿ ਦੀਪ ਸਿੱਧੂ ਜਿੱਦਾਂ ਕਿ ਕਲਾਕਾਰ, ਇੱਕ ਕਲਾਕਾਰ ਨੂੰ ਤੇ ਆਪਣੀ ਜੋ ਗਲੈਮਰਸ ਵਾਲੀ ਲਾਈਫ ਹੈ ਉਹਨੂੰ ਤਿਆਗਣਾ ਔਰ ਇਸ ਲਾਈਫ 'ਚ ਕੀ ਫਰਕ ਲੱਗਦਾ ਹੈ? ਨਹੀਂ, ਕੋਈ ਫਰਕ ਨਹੀਂ ਹੁੰਦਾ। ਦੇਖੋ, ਮੈਂ ਕਦੇ ਵੀ ਆਪਦੇ ਆਪ ਨੂੰ ਇਸ ਧਰਤੀ ਤੋਂ ਉੱਤੇ ਉੱਠ ਕੇ ਕੁਛ ਵੀ ਮੈਂ ਕੁਛ ਹੋਵਾਂ ਉਹ ਸਮਝਿਆ ਨਹੀਂ। ਕਿਉਂ ਨਹੀਂ ਸਮਝਿਆ? ਜਦੋਂ ਅਸੀਂ ਇਹਨਾਂ ਕੁਰੀਤੀਆਂ ਨੂੰ ਆਪਦੇ ਅੰਦਰ ਫਸਾ ਲਾਂਗੇ, ਮੈਂ ਆ ਜੂਗੀ, ਹਉਮੈ ਆ ਜੂਗੀ। ਸਾਡੇ ਸਾਰਿਆਂ 'ਚ ਕਮਜ਼ੋਰੀਆਂ ਹੁੰਦੀਆਂ, ਮੇਰੇ 'ਚ ਵੀ ਕਮਜ਼ੋਰੀਆਂ, ਪਰ ਉਹਨਾਂ 'ਤੇ ਕੰਮ ਕਰਨਾ ਪੈਂਦਾ। ਹੌਲੀ ਹੌਲੀ ਉਹ ਕਮਜ਼ੋਰੀਆਂ ਨੂੰ ਦੱਬਣਾ ਪੈਂਦਾ ਹੁੰਦਾ। ਗੁੱਸਾ ਵੀ ਬੜਾ ਸਾਡੇ 'ਚ ਹੁੰਦਾ, ਮੈਂ ਬੜੀ ਹੁੰਦੀ ਆ, ਹਉਮੈ ਬੜੀ ਅਸੀਂ ਲੈ ਕੇ ਚੱਲਦੇ ਆ ਨਾਲ। ਫਿਰ ਤਹਿਜ਼ੀਬ ਕਈ ਵਾਰੀ ਨਹੀਂ ਆਉਂਦੀ, ਕਈ ਵਾਰੀ ਸਾਨੂੰ ਭਾਸ਼ਾ 'ਤੇ ਕੰਟਰੋਲ ਨਹੀਂ ਹੁੰਦਾ, ਪਰ ਇਹ ਚੀਜ਼ਾਂ ਸਿੱਖਣੀਆਂ ਪੈਂਦੀਆਂ। ਦੀਪ ਸਿੱਧੂ ਜਦੋਂ ਖਾਲਸੇ ਰਾਜ ਦੀ ਗੱਲ ਕਰਦਾ ਹੈ ਹਾਂਜੀ, ਤੇ ਦੀਪ ਸਿੱਧੂ ਦੇ ਨਾਲ ਕੰਟਰੋਵਰਸੀ ਵੀ ਜੁੜ ਸਕਦੀ ਹੈ। ਤੁਸੀਂ ਖਾਲਸੇ ਰਾਜ ਦੀ ਗੱਲ ਕਰਦੇ, ਸੰਤਾਂ ਦਾ ਜਦੋਂ ਜ਼ਿਕਰ ਆਉਂਦਾ ਹੈ, ਕੁਛ ਐਸੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੀ ਤਸਵੀਰ ਤੋਂ ਵੀ ਡਰ ਲੱਗਦਾ ਤੇ ਉਹਨਾਂ ਦਾ ਨਾਂ ਸੁਣ ਕੇ ਵੈਸੇ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਘਰ ਬਾਹਰ ਚੱਲਦੇ ਨੇ, ਪਰ ਉਹ ਦੀਪ ਸਿੱਧੂ ਨੂੰ ਕਿਸ ਨਜ਼ਰੀਏ ਨਾਲ ਦੇਖਦੇ? ਦੇਖੋ, ਗੱਲ ਇਹ ਨਹੀਂ ਹੁੰਦੀ ਵੀ ਸੰਤਾਂ ਨੇ ਜਿਹੜੀਆਂ ਗੱਲਾਂ ਸਹੀ ਕੀਤੀਆਂ ਉਹ ਸਹੀ ਕੀਤੀਆਂ ਨਾ।
ਹੁਣ ਜੇ ਅਸੀਂ ਕਹੀਏ ਵੀ ਸੰਤਾਂ ਦਾ ਨਾਂ ਨਾ ਲਓ, ਸਾਡੇ ਤੇ ਕੇਸ ਪੈ ਜੂ, ਸੰਤਾਂ ਦਾ ਨਾਂ ਨਾ ਲਓ, ਸਾਨੂੰ ਵੱਖਵਾਦੀ ਜਾਂ ਖਾਲਿਸਤਾਨੀ ਕਹਿ ਦੇਣਗੇ। ਯਾਰ ਇਹ ਤਾਂ ਡਰ ਪੈਦਾ ਕਰਦੇ ਆ ਸਾਡੇ ਅੰਦਰ। ਉਹ ਸਾਡੇ ਮਹਾਨ ਸ਼ਹੀਦ ਹੋਏ ਆ, ਉਹਨਾਂ ਨੇ ਲੋਕਾਂ ਨੂੰ ਜਗਾਉਣ ਵਾਸਤੇ ਆਪਦੀ ਜ਼ਿੰਦਗੀ ਦੇਤੀ, ਸ਼ਹੀਦੀ ਪਾਲੀ। ਐਡੀ ਵੱਡੀ ਸ਼ਹਾਦਤ ਦਾ ਜਾਮ, ਐਡੀ ਵੱਡੀ ਹਕੂਮਤ ਨੂੰ ਉਸ ਟਾਈਮ ਵੰਗਾਰਨਾ, ਕਿਉਂ ਵੰਗਾਰਨਾ? ਕੀ ਚਾਹੁੰਦੇ ਸੀ? ਉਦੋਂ ਵੀ ਸਿਸਟਮ ਨੂੰ ਹੀ ਵੰਗਾਰਿਆ ਸੀ। ਚਾਹੁੰਦੇ ਕੀ ਸੀ? ਚਾਹੁੰਦੇ ਇਹ ਸੀ ਵੀ ਅਧਿਕਾਰ ਵੱਧ ਮਿਲਣ ਸੂਬਿਆਂ ਨੂੰ। ਅੱਜ ਉਸ ਵੇਲੇ ਤੁਹਾਡੀ ਖਿਲਾਫਤ ਕੌਣ ਕਰਦੀ ਸੀ? ਕਿਹੜੀ ਧਿਰ ਕਰਦੀ ਸੀ? ਕਾਂਗਰਸ। ਉਹ ਉਹੀ ਕੰਮ ਕਰ ਰਹੀ ਸੀ ਜਿਹੜੀ ਅੱਜ ਬੀਜੇਪੀ ਕਰ ਰਹੀ ਆ। ਤੇ ਕਾਂਗਰਸ ਅੱਜ ਕੀ ਕਹਿ ਰਹੀ ਆ? ਸਾਨੂੰ ਫੈਡਰਲਿਜ਼ਮ ਦਿਓ। ਜੋ ਸੰਤ ਮੰਗਦੇ ਸੀ ਅੱਜ ਕਾਂਗਰਸ ਮੰਗ ਰਹੀ ਆ। ਤੁਸੀਂ ਦੇਖੋ ਕਿਵੇਂ ਇਤਿਹਾਸ ਪਲਟਦੇ ਆ, ਕਿਵੇਂ ਪਾਸੇ ਪਲਟਦੇ ਆ ਇਹ ਰਾਜਨੀਤੀਆਂ 'ਚ ਵੀ। ਜਿਹੜੀ ਵਿਚਾਰਧਾਰਾ ਨੂੰ ਉਦੋਂ ਕਾਂਗਰਸ ਪਾਰਟੀ ਠੁਕਰਾ ਰਹੀ ਆ, ਅੱਜ ਉਸ ਵਿਚਾਰਧਾਰਾ ਦੀ ਮੰਗ ਕਰ ਰਹੀ ਆ। ਬਿਲਕੁਲ ਦੀਪ ਜੀ, ਅਣਮਿੱਥੇ ਸਮੇਂ ਲਈ ਉੱਪਰ ਬੈਨਰ ਲਿਖਿਆ ਹੋਇਆ ਸ਼ੰਭੂ ਮੋਰਚਾ ਅਣਮਿੱਥੇ ਸਮੇਂ ਲਈ, ਇਹ ਤਾਂ ਸਾਰੰਸ਼ ਕੀ ਹੈ? ਸਾਰੰਸ਼ ਇਹਦਾ ਇਹ ਹੈ ਜੀ, ਇਹ ਸੰਗਤ ਦਾ, ਲੋਕਾਂ ਦਾ ਮੋਰਚਾ, ਸਾਂਝਾ ਇੱਕ ਮੰਚ ਆ, ਹਰ ਵਰਗ ਦਾ ਮੰਚ ਆ। ਜਦੋਂ ਤੱਕ ਸੰਗਤ ਚਾਹੂਗੀ ਇਹ ਮੋਰਚਾ ਰਹੂਗਾ। ਕਿਸਾਨਾਂ ਦੇ ਨਾਲ ਲੜਾਈ ਲੜ ਰਹੇ ਆ, ਜਥੇਬੰਦੀਆਂ ਦੇ ਨਾਲ, ਹੋਰ ਜਿਹੜੇ ਮਜ਼ਦੂਰਾਂ ਦੇ ਵਰਗ ਆ, ਮਜ਼ਦੂਰ ਜਥੇਬੰਦੀਆਂ, ਉਹਨਾਂ ਦੇ ਨਾਲ ਲੜਾਈ ਲੜ ਰਹੇ ਆ। ਨਾਲ ਨਾਲ ਇੱਕ ਸੋਚ ਪੈਦਾ ਕਰ ਰਹੇ ਆ। ਉਸ ਸੋਚ ਨੇ ਵੀ ਰਹਿਣਾ ਹੁੰਦਾ, ਉਸ ਸੋਚ ਨੇ ਫਿਰ ਲੋਕਾਂ ਤੱਕ ਜਾਣਾ ਹੁੰਦਾ, ਲੋਕਾਂ ਦੇ ਦਿਲਾਂ 'ਚ, ਲੋਕਾਂ ਦੀਆਂ ਰੂਹਾਂ ਤੇ ਅਸਰ ਕਰਨਾ ਹੁੰਦਾ। ਜਦੋਂ ਅੰਦੋਲਨ ਚੱਲਦੇ ਆ ਇਹ ਵੀ ਨਾਲ ਨਾਲ ਚੱਲਣਾ ਚਾਹੀਦਾ, ਇੱਕ ਬਿਰਤਾਂਤ ਚੱਲਣਾ ਚਾਹੀਦਾ। ਬਿਲਕੁਲ ਦੀਪ ਜੀ, ਮੋਰਚਾ ਕੋਈ ਵੀ ਆਰੰਭ ਕਰੀਏ, ਇੱਕ ਘਰ 'ਚ ਛੋਟਾ ਜਿਹਾ ਫੰਕਸ਼ਨ ਆਰੰਭ ਕਰੀਏ ਨਾ, ਤੇ ਕਈ ਤਰ੍ਹਾਂ ਦੇ ਕਾਰਜ ਹੁੰਦੇ, ਬੜੇ ਖਰਚੇ ਹੁੰਦੇ ਔਰ ਬੜਾ ਤਾਮਝਾਮ ਹੁੰਦਾ, ਇੱਕ ਟੀਮ ਕੰਮ ਕਰਦੀ ਹੈ। ਸੋ ਏਡਾ ਵੱਡਾ ਅੰਦੋਲਨ ਜਿਹੜਾ ਸ਼ੁਰੂ ਹੋ ਚੁੱਕਾ ਹੈ, ਇਹ ਜੋ ਸ਼ੰਭੂ ਮੋਰਚਾ ਲਗਾ ਦਿੱਤਾ ਹੈ ਤੁਸੀਂ, ਸੋ ਲਗਾਉਣ ਤੋਂ ਪਹਿਲਾਂ ਕੋਈ ਇਹਦੀ ਰੂਪਰੇਖਾ ਤਿਆਰ ਹੋਈ ਕਿ ਲਗਾਉਣ ਤੋਂ ਬਾਅਦ ਦਿਮਾਗ 'ਤੇ ਕਿਸੇ ਤਰ੍ਹਾਂ ਦੀ ਕੋਈ ਆਪਣੇ ਦਿਮਾਗ 'ਤੇ ਬੋਝ ਜਾਂ ਟੈਨਸ਼ਨ ਵੀ ਇਹ ਮੋਰਚਾ ਮੈਂ ਸ਼ੁਰੂ ਤੇ ਕਰ ਦਿੱਤਾ ਹੈ ਪਰ ਇਹ ਲੰਬਾ ਚੱਲੇਗਾ ਤੇ ਇਹਦੀ ਤਿਆਰੀ ਕੈਸੀ ਹੋਏਗੀ, ਟੀਮ ਕਿਵੇਂ ਮੈਨੇਜ ਕਰ ਰਹੀ ਹੈ? ਨਹੀਂ ਜੀ, ਟੀਮ ਹੈਗੀ ਆ ਬਿਲਕੁਲ, ਔਰ ਕੋਈ ਕਿਸੇ ਤਰ੍ਹਾਂ ਦਾ ਬੋਝ ਨਹੀਂ ਆ, ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਆ। ਜਦੋਂ ਗੁਰੂ ਮਹਾਰਾਜ ਉਹਨਾਂ ਦਾ ਹੱਥ ਹੋਵੇ ਤੇ ਉਹਨਾਂ ਨੇ ਸਾਨੂੰ ਥਾਪਣਾ ਦਿੱਤਾ ਹੋਵੇ, ਫਿਰ ਇਹ ਕੋਈ ਸ਼ੰਕੇ ਬੋਝ ਆਪਦੇ ਆਪ ਹੀ ਖਤਮ ਹੁੰਦੇ ਜਾਂਦੇ ਆ। ਆਪਦੇ ਆਪ ਕੋਈ ਸਮੱਸਿਆ ਆਉਂਦੀ ਆ, ਉਹ ਕੱਲ ਜਿਵੇਂ ਬੜੀ ਵੱਡੀ ਸਮੱਸਿਆ ਸੀ, ਇੱਕ ਪਾਸੇ ਪੁਲਿਸ ਕਹਿ ਰਹੀ ਸੀ ਅਸੀਂ ਡਾਂਗਾ ਵਰਸਾਵਾਂਗੇ, ਇਹਨਾਂ ਤੇ ਵਰਾਵਾਂਗੇ, ਇੱਕ ਪਾਸੇ ਉਹ ਕਹਿੰਦੇ ਸੀ ਮੁੰਡੇ ਵੀ ਅਸੀਂ ਨਹੀਂ ਉੱਠਣਾ ਜੀ, ਇਹਨਾਂ ਨੂੰ ਮਾਰ ਲੈਣ ਦਿਓ। ਪਰ ਮੈਂ ਕਿਵੇਂ ਉਹਨਾਂ ਤੇ ਡਾਂਗਾ ਵੱਜਦੀਆਂ ਵੇਖ ਲਾਂ? ਮੈਂ ਫਿਰ ਪੁਲਿਸ ਕਹਿੰਦੀ ਅਸੀਂ ਕੇਸ ਪਾਵਾਂਗੇ, ਪਰ ਪੁਲਿਸ ਅਫਸਰ ਬੜੇ ਸੂਝਵਾਨ ਸੀ। ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਤੇ ਕੇਸ ਪਾ ਲਓ, ਮੁੰਡਿਆਂ ਤੇ ਨਹੀਂ ਹੋ ਸਕਦਾ ਕੇਸ, ਕਿਉਂਕਿ ਮੇਰੀ ਜ਼ਿੰਮੇਵਾਰੀ ਆ ਇਹ। ਇਸ ਕਰਕੇ ਉਹ ਬੜੇ ਸੂਝਵਾਨ ਸੀ। ਉਹ ਕਹਿੰਦੇ ਨਹੀਂ ਤੁਸੀਂ ਕੋਆਪਰੇਟ ਕਰ ਰਹੇ ਹੋ ਸਾਨੂੰ। ਮੁੰਡੇ ਵੀ ਸਮਝ ਗਏ। ਅਸੀਂ ਬੜਾ ਸ਼ਾਂਤਮਈ, ਬੜਾ ਪੀਸਫੁਲ ਰੈਜ਼ਿਸਟੈਂਸ ਦਿੱਤੀ। ਅਸੀਂ ਰੋਡ ਵੀ ਖੋਲ੍ਹੇ ਤੇ ਉਸ ਤੋਂ ਬਾਅਦ ਮੋਰਚਾ ਵੀ ਚਲਾਇਆ ਸਾਰਾ। ਐਸੇ ਸਾਦਗੀ ਦੇ ਕਾਇਲ ਨੇ ਸਾਰੇ। ਦੇਖੋ, ਜੋਸ਼ ਤੇ ਹੋਸ਼ ਦੋ ਚੀਜ਼ਾਂ ਨੇ ਕਿਸੇ ਵੀ ਮੋਰਚੇ ਨੂੰ ਫਤਿਹ ਕਰਨ ਵਾਸਤੇ। ਸੋ ਕੱਲ ਜਿਸ ਤਰੀਕੇ ਦਾ ਸੰਕਟ ਅਚਾਨਕ ਇਸ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲਿਆ ਸੀ ਔਰ ਜੋਸ਼ ਸੀ, ਉਹਦੇ ਵਿੱਚ ਕੋਈ ਗੱਲ ਨਹੀਂ ਸੀ, ਪਰ ਜਿੱਥੇ ਸੂਝਵਾਨ ਜਦੋਂ ਲੀਡਰ ਹੋਵੇ, ਸੂਝਵਾਨ ਹੋਸ਼ ਹੋਵੇ ਤੇ ਉੱਥੇ ਨਤੀਜੇ ਇੱਦਾਂ ਸਾਰਥਕ ਹੀ ਆਉਂਦੇ ਨੇ, ਵਧੀਆ ਹੀ ਆਉਂਦੇ ਨੇ। ਸਿੱਧੂ ਸਾਹਿਬ, ਹੈਲੀਕਾਪਟਰਾਂ ਤੋਂ ਟਰੈਕਟਰਾਂ ਤੇ ਲਾਏ ਤੁਸੀਂ ਲੋਕਾਂ ਨੂੰ, ਬੜੇ ਬੜੇ ਵੱਡੇ ਲੀਡਰਾਂ ਨੂੰ, ਪਟੜੀ ਤੇ ਕਦੋਂ ਆਉਣਗੇ? ਉਹਨਾਂ ਨੇ ਪਟੜੀ ਤੇ, ਸਾਈਕਲਾਂ ਤੇ, ਰੇਹੜਿਆਂ ਤੇ, ਉਹ ਕਿਤੇ ਵੀ ਆ ਜਾਣਗੇ, ਹਨਾ। ਕਦੋਂ ਆਉਣਗੇ? ਜਦੋਂ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਵੋਟਾਂ ਗਈਆਂ। ਹੁਣ ਇਹਨਾਂ ਨੂੰ ਅਸੀਂ ਕਿਵੇਂ ਆਪਦੇ ਗਲਬੇ 'ਚ ਲੈ ਕੇ ਆਈਏ? ਉਹਨਾਂ ਨੇ ਤਾਂ ਸਿਰਾਂ ਦੀ ਗਿਣਤੀ ਦੀ ਪੋਲੀਟਿਕਸ ਕਰਨੀ ਆ, ਰਾਜਨੀਤਿਕ ਕਰਨ, ਹਰ ਮਸਲਿਆਂ ਦਾ ਕਰਨਾ। ਸੋ ਇਸ ਕਰਕੇ ਉਹ ਕੋਈ ਬਾਹਲੀ ਵੱਡੀ ਗੱਲ ਨਹੀਂ ਆ। ਇਹਨਾਂ ਨੂੰ ਤੁਸੀਂ ਵੋਟਾਂ ਲਈ ਕਹੋਗੇ ਵਾਸਤੇ ਇਹ ਜੋ ਮੋਰਚਾ ਹੈ, ਕਿਸੇ ਆਉਣ ਵਾਲੇ ਸਮੇਂ ਦੀ ਰਾਜਨੀਤੀ ਕੋਈ ਪਲੇਟਫਾਰਮ ਦੇ ਤੌਰ ਤੇ ਤਾਂ ਨਹੀਂ ਦੀਪ ਸਿੱਧੂ ਇਹਨੂੰ ਯੂਜ਼ ਕਰ ਰਿਹਾ ਜਾਂ ਇਹ 'ਚੋਂ ਰਾਜਨੀਤੀ ਤਲਾਸ਼ ਰਿਹਾ? ਇਹ ਸੋਸ਼ਲ ਮੀਡੀਆ ਤੇ ਜਾਂ ਰਾਜਨੀਤਿਕ ਵਿਰੋਧੀ ਪਾਰਟੀਆਂ ਜਿਹੜੀਆਂ, ਉਹਨਾਂ ਦੇ ਇਲਜ਼ਾਮ ਨੇ। ਦੇਖੋ, ਮੈਂ ਇੱਕ ਗੱਲ ਕਹਿਣਾ, ਜਿਹੜੀਆਂ ਵਿਰੋਧੀ ਪਾਰਟੀਆਂ ਮੇਰੇ ਤੇ ਇਲਜ਼ਾਮ ਲਾ ਰਹੇ ਆ, ਉਹੀ ਮੇਰੇ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਟਿਕਟ ਦੇਣ ਲਈ
ਵੀ ਤੁਸੀਂ ਲੜੋ ਜੀ ਇਲੈਕਸ਼ਨ, ਕੀ ਬਾਤ, ਇਸ ਗੱਲ ਤੇ ਖੜੀਆਂ ਸੀ। ਅੱਛਾ ਜੀ, ਮੈਂ ਉਹ ਸਾਰੀ ਗੱਲ ਠਕਰਾ ਕੇ ਖੰਡਨ ਕਰਕੇ ਆਪਦਾ ਸ਼ਹਿਰ ਜਿੱਥੇ ਮੈਂ ਰਹਿੰਦਾ ਸੀ ਉੱਥੋਂ ਉੱਜੜ ਕੇ ਆਪਦੀ ਧਰਤੀ ਤੇ ਆ ਗਿਆ। ਕੀ ਬਾਤ, ਠੀਕ, ਆਪਦੀ ਯਾਰੀ ਦੋਸਤੀ ਔਰ ਜੋ ਕੰਮਕਾਰ ਸੀ ਉਹ ਵੀ ਛੱਡਤਾ। ਜੀ ਇਸ ਧਰਤੀ ਤੇ ਖੜਾ ਕਿਉਂ? ਅੱਜ ਜ਼ਰੂਰਤ ਆ। ਜਜ਼ਬਾ ਕਿਤੇ ਨਾ ਕਿਤੇ ਸਾਡੇ ਅੰਦਰ ਉਹ ਵਲਵਲੇ ਉੱਠਦੇ ਆ, ਕਿਤੇ ਨਾ ਕਿਤੇ ਜਿਹੜੀ ਸਾਡੇ ਅੰਦਰ ਚਿਣਗਾ ਉਹਨੇ ਪੈਦਾ ਹੋ ਕੇ ਸਾਡੇ ਤੋਂ ਫਿਰ ਕੋਈ ਨਾ ਕੋਈ ਕੰਮ ਵੀ ਕਰਾਉਣਾ ਹੁੰਦਾ। ਸਿੱਧੂ ਸਾਹਿਬ, ਹਾਂਜੀ। ਨਤੀਜਾ ਕੀ ਮੰਨ ਕੇ ਚੱਲਦੇ ਹੋ? ਜਿੱਦਾਂ ਮਨ ਦੇ ਵਿੱਚ ਵਿਚਾਰਾਂ ਦੇ ਨਾਲ ਜਦੋਂ ਅਸੀਂ ਰਿੜਕਨੇ ਆ ਸਾਰਾ ਕੁਛ ਨਾ ਕੁਛ ਮਨ ਸੋਚਦਾ ਹੈ ਕਿ ਨਤੀਜਾ ਆ ਹੋ ਸਕਦਾ ਹੈ। ਭਵਿੱਖ ਦੇ ਵਿੱਚ ਆਪਣੇ ਮਨ ਦਾ ਜਿਹੜਾ ਵਿਚਾਰ ਹੈ ਤੁਹਾਡਾ ਕੀ ਹੈ? ਨਤੀਜਾ ਤੁਸੀਂ ਸਾਰਥਕ ਮੰਨਦੇ ਪਏ ਹੋ ਜਾਂ ਨਤੀਜੇ ਦੇ ਵਿੱਚ ਕਿਸੇ ਨੂੰ ਸੇਧ ਲਾਉਂਦਿਆਂ ਹੋਇਆ ਅੰਦੋਲਨ ਨੂੰ ਦੇਖਦੇ ਪਏ ਹੋ? ਭਾਵੇਂ ਆਲ ਓਵਰ ਕਿਸਾਨ ਜਥੇਬੰਦੀਆਂ ਦਾ ਮੋਰਚਾ ਹੈ, ਰਾਜਨੀਤਿਕ ਮੋਰਚਾ ਹੈ, ਚਾਹੇ ਨੌਜਵਾਨਾਂ ਨੇ ਸ਼ੰਭੂ ਮੋਰਚਾ ਲਾਇਆ ਹੈ, ਇਹਦਾ ਨਤੀਜਾ ਕੀ ਹੋ ਸਕਦਾ? ਨਹੀਂ ਦੇਖੋ, ਇਸ ਮੋਰਚੇ ਦਾ ਨਤੀਜਾ ਜੇ ਤੁਸੀਂ ਇਹ ਮੰਨੋ ਵੀ ਮੋਰਚੇ ਤੋਂ ਹੀ ਸਾਰਾ ਕੁਝ ਚੇਂਜ ਹੋ ਜਾਊਗਾ, 75 ਸਾਲਾਂ ਤੋਂ ਇੱਕ ਸਿਸਟਮ ਸਦੀਵੀ ਹੋ ਗਿਆ ਜਿਹੜਾ ਪਰਪੈਚੁਏਟ ਹੋ ਗਿਆ, ਉਹ ਬਦਲ ਜਾਊਗਾ, ਇਹ ਤਾਂ ਨਹੀਂ ਹੋਣਾ। ਜੀ 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 ਜੀ, ਪਰ ਫਿਰ ਵੀ ਜੇ ਤੁਸੀਂ ਚਿਣਗੀ ਲਾ ਕੇ ਸੋਚ ਹੀ ਪੈਦਾ ਕਰਕੇ ਔਰ ਲੋਕਾਂ 'ਚ ਇਹ ਗੱਲ ਚਲੀ ਗਈ ਵੀ ਜੜ ਕਿੱਥੇ ਪਈ ਆ ਇਸ ਸਮਾਜ 'ਚ, ਜੋ ਕੁਝ ਗਲਤ ਹੋ ਰਿਹਾ ਜਾਂ ਪੰਜਾਬ ਨਾਲ ਜਿਹੜੇ ਧੱਕੇ ਹੋ ਰਹੇ ਉਹਦੀ ਜੜ ਕਿੱਥੇ ਪਈ ਆ, ਇਹ ਸਮਝ ਹੀ ਪੈਦਾ ਕਰਕੇ ਬਹੁਤ ਵੱਡੀ ਗੱਲ ਆ ਇਹ। ਇਸ ਤਰ੍ਹਾਂ ਕੁਝ ਰਿਆਇਤਾਂ ਲਈ ਲੜਾਈ ਨਹੀਂ ਲੜ ਰਹੇ ਅਸੀਂ ਲੜਾਈ ਇਸ ਕਰਕੇ ਲੜ ਰਹੇ ਹਾਂ ਵੀ ਆ ਜਿਹੜੇ ਸਾਰੇ ਖੜੇ ਆ ਨਾ ਨੌਜਵਾਨ, ਇਹਨਾਂ ਦੇ ਅੰਦਰ ਉਹ ਚਿਣਗ ਉੱਠ ਖੜੀ ਆ। ਮੋਦੀ ਵਾਪਸ ਲਏਗਾ ਆਪਣਾ ਫੈਸਲਾ, ਉਹ 'ਚ ਬਦਲਾਵ ਕਰੇਗਾ ਕਿ ਜਾਂ ਇਹ ਬੇਨਤੀਜਾ ਰਹਿਣਗੇ ਸੰਘਰਸ਼? ਨਹੀਂ, ਸੰਘਰਸ਼ ਬੇਨਤੀਜਾ ਨਹੀਂ ਜਾਂਦੇ ਹੁੰਦੇ ਕਿਉਂਕਿ ਕਦੇ। ਇਸ ਤੋਂ ਪਹਿਲਾਂ ਨਾ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਹੀ ਕਵਾਂ ਤਾਂ ਧੋਖਾ ਖਾ ਚੁੱਕੇ ਨੇ। ਐਦਾਂ ਹੀ ਆ ਯੂਥ ਜਿੱਦਾਂ ਹੁਣ ਤੁਹਾਡੇ ਨਾਲ ਜੁੜਿਆ ਨਾ ਜੀ, ਇਹ ਬਰਗਾੜੀ ਮੋਰਚਾ 'ਚ ਅਸੀਂ ਕਵਰ ਕੀਤਾ, ਦੇਖਿਆ, ਜਕਾਰੇ ਲਾਉਂਦਾ ਦੇਖਿਆ, ਸੀਸ ਤਲੀ ਤੇ ਲੈ ਕੇ ਆਉਂਦੇ ਦੇਖੇ ਨੇ, ਔਰ ਸਿਰ ਵਾਰਾਂ ਨੂੰ ਤਿਆਰ ਸੀ, ਗੋਲੀਆਂ ਖਾਣ ਨੂੰ ਤਿਆਰ ਸੀ, ਡਾਂਗਾ ਖਾਣ ਨੂੰ ਤਿਆਰ ਸੀਗੇ। ਉੱਥੇ ਵੀ ਜਦੋਂ ਅਖੀਰਲੇ ਦਿਨ ਜੋ ਨਤੀਜਾ ਨਿਕਲਣ ਲੱਗਿਆ ਨਾ ਜੀ, ਉਹ ਨਤੀਜਾ ਬੇਸਿੱਟਾ ਹੋ ਗਿਆ। ਦੇਖੋ, ਉਹ ਇਸ ਕਰਕੇ ਅਸੀਂ ਸਾਡੀ ਕੁਰਬਾਨੀਆਂ ਦੀ ਗੱਲ ਤਾਂ ਕਰਦੇ ਹਾਂ, ਅਸੀਂ ਸਾਡੀ ਗਦਾਰੀਆਂ ਦੀ ਗੱਲ ਨਹੀਂ ਕਰਦੇ ਔਰ ਪੁਰਾਣੇ ਵਰਤਾਰਿਆਂ ਤੋਂ ਸਿੱਖਦੇ ਨਹੀਂ। ਕਿਉਂ ਨਹੀਂ ਸਿੱਖਦੇ? ਲਾਮਬੰਦੀ ਕਿੱਡੀ ਬਾਕਮਾਲ ਹੋਈ ਬਰਗਾੜੀ ਵੇਲੇ ਵੀ, ਪਰ ਉਦੋਂ ਬਾਅਦ ਸੇਧ ਤੇ ਦਿਸ਼ਾ ਤੇ ਜਦੋਂ ਬੰਦ ਕਮਰਿਆਂ 'ਚ ਫੈਸਲੇ ਲਏ ਜਾਣ ਉਦੋਂ ਉਹ ਸੰਗਤ ਬਾਰੇ ਨਹੀਂ ਸੋਚਿਆ ਜਾਂਦਾ। ਫਿਰ ਉੱਥੇ ਬੰਦ ਕਮਰਿਆਂ 'ਚ ਫੈਸਲੇ ਤਾਂ ਅੱਧਾ ਸੰਘਰਸ਼ ਨੂੰ ਕਮਜ਼ੋਰ ਕਰਕੇ ਹੀ ਵੜਿਆ ਜਾਂਦਾ ਪਹਿਲਾਂ ਤਾਂ। ਇਸ ਕਰਕੇ ਮੈਂ ਹਮੇਸ਼ਾ ਕਹਿਣਾ ਹੁੰਦਾ ਗੱਲਬਾਤ ਕਰਨੀ ਪਊਗੀ, ਅੱਜ ਵੀ ਕਰਨੀ ਪਊਗੀ, ਪਰ ਗੱਲਬਾਤ ਕਰਨ ਵਾਸਤੇ ਢੰਗ ਜਿਹੜਾ ਤਰੀਕਾ ਉਹ ਟਰਾਂਸਪੇਰੈਂਟ ਪਾਰਦਰਸ਼ੀ ਹੋਵੇ। ਜੇ ਸਾਡੇ ਜਥੇਬੰਦੀਆਂ ਦੇ ਲੀਡਰ ਵੀ ਜਾਣ, ਉਹਨਾਂ ਦੇ ਆਗੂ ਜਾਣ, ਤਾਂ ਕੋਈ ਪਾਰਦਰਸ਼ਤਾ ਤਾਂ ਉਹਨਾਂ 'ਚ ਮੇਨਟੇਨ ਹੋਣੀ ਚਾਹੀਦੀ ਹੈ ਨਾ। ਏਸੀ 'ਚ ਨਹੀਂ ਹੋਣੀ ਚਾਹੀਦੀ, ਏਸੀ ਕਮਰੇ 'ਚ ਬੰਦ ਕਮਰੇ। ਅਗਲੀ ਗੱਲ, ਮੈਨੂੰ ਐਂ ਲੱਗਦਾ ਵੀ ਇੱਥੋਂ ਦਿੱਲੀ ਨੂੰ ਨਾ ਜਾਓ ਹੁਣ ਤੁਰ ਕੇ। ਠੀਕ ਹੈ, ਦਿੱਲੀ ਆਵੇ, ਦਿੱਲੀ ਨੂੰ ਆਉਣਾ ਚਾਹੀਦਾ, ਉਹਨਾਂ ਦੀ ਕੋਈ ਟੀਮ ਆਉਣੀ ਚਾਹੀਦੀ ਆ, ਇੱਥੇ ਬੈਠ ਕੇ ਗੱਲ ਕਰੋ। ਜਦੋਂ ਇੱਥੋਂ ਦਿੱਲੀ ਨੂੰ ਹੀ ਵਗ ਗਏ, ਅੱਧਾ ਕਿਤਾ ਰਾਹ 'ਚ ਜਾਂਦੇ ਜਾਂਦੇ ਹੀ ਛੱਡ ਜਾਣਗੇ। ਇਹ ਗੱਲ ਹੱਸਣ ਦੀ ਨਹੀਂ ਆ, ਇਹ ਗੱਲ ਬੜੀ ਸੀਰੀਅਸ ਗੱਲ ਆ। ਸਾਡੇ ਨਾਲ ਹੁੰਦਾ ਰਿਹਾ ਜਦੋਂ ਲੌਂਗੋਵਾਲ ਸਾਹਿਬ 84 ਦੇ ਬਲੂ ਸਟਾਰ ਅਟੈਕ ਤੋਂ ਪਹਿਲਾਂ BSF ਦੇ ਹੈਲੀਕਾਪਟਰ ਤੇ ਚੜ੍ਹ ਕੇ ਇੱਥੋਂ ਦਿੱਲੀ ਗਏ। ਅੱਧਾ ਕਿਤਾ ਧਰਮ ਯੁੱਧ ਮੋਰਚਾ ਜਾਂ ਆਨੰਦਪੁਰ ਸਾਹਿਬ ਦੇ ਮਤੇ ਦੇ ਮੰਗਾਂ ਉੱਥੇ ਹੀ ਛੱਡ ਗਏ, ਉਹ ਹੈਲੀਕਾਪਟਰ 'ਚ ਛੱਡ ਕੇ ਉੱਥੇ ਹੀ ਪਈਆਂ, ਹਜੇ ਕਿਸੇ ਨੇ ਕੱਢੀਆਂ ਹੀ ਨਹੀਂ ਉਸ ਤੋਂ ਬਾਅਦ। ਕਿਉਂਕਿ ਗੱਲ ਆਏ ਆ, ਇੱਕ ਹੀ ਸ਼ਖਸ ਪੈਦਾ ਹੋਇਆ ਸੀ ਕੱਢਣ ਵਾਲਾ, ਉਹ ਸਾਨੂੰ ਸਾਰਿਆਂ ਨੂੰ ਪਤਾ, ਉਹ ਵੀ ਦਿੱਲੀ ਦੇ ਜ਼ਬਰ ਤੇ ਜ਼ੁਲਮ ਦੇ ਸਾਹਮਣੇ ਲੜ ਕੇ ਸ਼ਹੀਦ ਹੋਇਆ। ਉਦੋਂ ਬਾਅਦ ਸਾਡੀ ਜਿਹੜੀ ਚਿਣਗਾ ਕੋਈ ਉਹ ਠਾ ਹੀ ਨਹੀਂ ਸਕਿਆ, ਉਹਨੂੰ ਕੋਈ ਪੈਦਾ ਹੀ ਨਹੀਂ ਕਰ ਸਕਿਆ, ਜਾਂ ਸਾਡੇ ਜੇ ਅੰਦਰ ਆ ਤਾਂ ਉਹ ਚਿਣਗ ਦੇ ਬਾਅਦ ਕੋਈ ਡਰ ਨੇ ਲੁਕਾ ਕੇ ਰੱਖਿਆ। ਹਾਂ, ਉਹਦੇ ਤੇ ਡਰ ਹੀ ਐਡਾ ਪਾਤਾ ਵੀ ਉਹ ਚਿਣਗ ਹੌਲੀ ਹੌਲੀ ਦਬਦੀ ਗਈ। ਹੁਣ ਉੱਠੂਗੀ ਜਦੋਂ ਅੱਤ ਹੋ ਜਾਂਦੀ ਹੈ ਨਾ, ਫਿਰ ਉੱਠਦੀਆਂ ਚੀਜ਼ਾਂ। ਔਰ ਪੰਜਾਬ 'ਚ ਤਾਂ ਇਤਿਹਾਸ ਰਿਹਾ, ਅਸੀਂ ਜ਼ੀਰੋ ਤੋਂ ਹੀਰੋ ਰਾਤੇ ਰਾਤ ਹੋ ਜਾਂਦੇ ਹਾਂ। ਜੀ ਬਿਲਕੁਲ ਜੀ, ਸਿੱਧੂ ਸਾਡੇ ਨਾਲ ਸੀ। ਸੋ ਇਹਨਾਂ ਦਾ ਕਹਿਣਾ ਕਿ ਹੁਣ ਸਰਕਾਰਾਂ ਦੇ ਕੋਲ ਇਹ ਜੋ ਪੰਜਾਬ ਦੀ ਜਨਤਾ ਹੈ ਜਾਂ ਪੰਜਾਬ ਦੇ ਲੋਕ ਹੈ ਚੱਲ ਕੇ ਨਹੀਂ ਜਾਣਗੇ। ਹੁਣ ਦਿੱਲੀ ਨੂੰ ਇੱਥੇ
ਆਉਣਾ ਪਏਗਾ। ਔਰ ਨਾਲ ਦੀ ਨਾਲ ਇਹ ਵੀ ਗੱਲ ਜ਼ਰੂਰ ਕਹੀ ਗਈ ਹੈ ਕਿ ਜੋ ਗੱਦਾਰੀਆਂ ਹੋਈਆਂ ਨੇ, ਗੱਦਾਰੀਆਂ ਦਾ ਜ਼ਿਕਰ ਕੋਈ ਨਹੀਂ ਕਰਦਾ, ਜਿਹੜੇ ਅੰਦੋਲਨ ਹੋਏ ਨੇ ਉਹਨਾਂ ਦਾ ਜ਼ਿਕਰ ਤਾਂ ਹਰ ਕੋਈ ਕਰ ਰਿਹਾ। ਪਰ ਇਹਦੇ ਨਾਲ ਹੀ ਦੀਪ ਸਿੱਧੂ ਇਹ ਸੰਘਰਸ਼ ਨੂੰ ਇਹ ਤਾਂ ਮੰਨਦੇ ਨੇ ਕਿ ਇਹ ਨਤੀਜਾ ਜ਼ਰੂਰ ਹੋਏਗਾ, ਸੰਘਰਸ਼ ਥੋੜਾ ਲੰਬਾ ਹੋਏਗਾ, ਪਰ ਇੱਥੇ ਜੋ ਅਣਮਿੱਥੇ ਸਮੇਂ ਦਾ ਸੰਘਰਸ਼ ਸ਼ੰਭੂ ਮੋਰਚੇ ਦੇ ਰੂਪ ਦੇ ਵਿੱਚ ਲੱਗ ਚੁੱਕਾ ਹੈ, ਇਹ ਬੇਸਿੱਟਾ ਨਹੀਂ ਹੋਏਗਾ। ਰਾਤ ਦੇ ਸਮੇਂ ਵੀ ਕਾਫੀ ਸੰਗਤ ਇੱਥੇ ਪਹੁੰਚਦੀ ਹੈ, ਕਾਫੀ ਉਹਨਾਂ ਨੂੰ ਚਾਹਣ ਵਾਲੇ ਔਰ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੌਜਵਾਨ ਇਸ ਸ਼ੰਭੂ ਦੀ ਧਰਤੀ, ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਮੋਰਚੇ ਦੇ ਵਿੱਚ ਹਿੱਸਾ ਲੈਂਦੇ ਨੇ। ਦਿਨ ਦੇ ਟਾਈਮ ਵੀ ਇਸੇ ਤਰ੍ਹਾਂ ਹੋ ਰਿਹਾ। ਔਰ ਰਹੀ ਗੱਲ ਕਲਾਕਾਰ ਜਮਾਤ ਦੀ, ਸਾਰੇ ਲੋਕ ਇਹਨਾਂ ਦੇ ਨਾਲ ਇਸੇ ਤਰ੍ਹਾਂ ਸਾਥ ਦੇ ਰਹੇ ਨੇ। ਖਤਰਾ ਹੁਣ ਪੈ ਚੁੱਕਾ ਉਹਨਾਂ ਲੋਕਾਂ ਨੂੰ ਜਿਹੜੇ ਹੈਲੀਕਾਪਟਰਾਂ ਤੋਂ ਟਰੈਕਟਰਾਂ ਤੇ ਆ ਗਏ ਨੇ, ਔਰ ਬਹੁਤ ਹੀ ਜਲਦ ਉਮੀਦ ਹੈਗੀ ਹੈ ਕਿ ਇਸ ਤੋਂ ਬਾਅਦ ਪਟੜੀਆਂ ਤੇ ਵੀ ਜ਼ਰੂਰ ਆਉਣਗੇ। ਔਰ ਉਹਦੇ ਬਾਅਦ ਕੀ ਰੁੱਖ ਕਰਦੇ ਨੇ, ਕਿਸਾਨਾਂ ਨਾਲ ਧੋਖਾ ਕਿ ਕਿਸਾਨਾਂ ਦੇ ਹੱਕ 'ਚ ਖੜਦੇ ਨੇ, ਤਾਂ ਆਉਣ ਵਾਲੇ ਸਮੇਂ 'ਚ ਪਤਾ ਚੱਲੂਗਾ। ਸ਼ੰਭੂ ਬਾਰਡਰ ਤੋਂ ਰਸ਼ਪਾਲ ਸਿੰਘ।